ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਮ ਨਹਿ ਸ਼ੀਘਰ ਜਾਮ ਮਹਿ ਜੈ ਹੈ, ਪਹੁੰਚ ਨੀਰ ਕੋ ਪ੍ਰਾਪਤ ਹਵੈ ਹੈ। ਗਮ ਨਹਿ ਸ਼ੀਘਰ ਜਾਮ ਮਹਿ ਜੈ ਹੈ, ਪਹੁੰਚ ਨੀਰ ਕੋ ਪ੍ਰਾਪਤ ਹਵੈ ਹੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। ਕ੍ਰਿਤ ਪੂਰਬ ਪਾਪ ਮਿਟੇ ਸਭ ਹੀ, ਹਰ ਕੇ ਦਲ ਹੋਏ ਸਵੈ ਖਿਨ ਨਾਸੇ। ਹਿਤ ਮਾਨ ਵਧੇ ਤਰੀ ਜਗ ਮੈਂ, ਭਰਪੂਰਨ ਰੂਪ ਸਦਾ ਅਵਨਾਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਪਗ ਪੰਕਜ, ਭਜੋਰ ਮੈਂ ਨਿਤ ਜੋਤ ਪ੍ਰਗਾਸੇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀ ਅਚਿਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵੈਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਜਥੇਦਾਰ ਭਾਈ ਮਾ ਸਿੰਘ ਦੇ ਸਮੇਤ ਸਾਰੇ ਹੀ ਯੋਧੇ ਸੂਰਮੇ ਆਪੋ ਆਪਣੀ ਬਾਰੀ ਦੇ ਮੁਤਾਬਕ ਖਿਦਰਾਣੇ ਦੀ ਢਾਬ 'ਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ। ਇਹ ਜਿਹੜਾ ਯੁੱਧ 22 ਵੈਸਾਖ 1762 ਬਿਕਰਮੀ ਨੂੰ ਹੋਇਆ ਸੀ। ਭਾਵੇਂ ਉਹਨਾਂ ਮਹਾਨ ਸ਼ਹੀਦ ਸਿੰਘਾਂ ਦੀ ਜਿਹੜੀ ਯਾਦ ਸੰਗਤਾਂ ਹਰੇਕ ਸਾਲ ਮਾਘੀ ਵਾਲੇ ਦਿਨ ਮਨਾਉਂਦੀਆਂ ਹਨ, ਪਰ ਜਦੋਂ ਵਜ਼ੀਦੇ ਨੇ ਦੇਖ ਲਿਆ ਵੀ ਪਿਆਸ ਦੇ ਕਾਰਨ ਮੇਰੇ ਜਵਾਨ ਸਿਪਾਹੀ ਇਹ ਤਾਂ ਮੁਰਦਿਆਂ ਦੇ ਸਮਾਨ ਬਣਨ ਲੱਗ ਪਏ ਨੇ, ਉਸ ਵਕਤ ਚੌਧਰੀ ਪੂਰੇ ਨੂੰ ਪੁੱਛਿਆ ਵੀ ਦੱਸ ਕੋਈ ਪਾਣੀ ਦਾ ਇੰਤਜ਼ਾਮ ਹੋ ਸਕਦਾ ਹੈ। ਸੁਣ ਕਰਕੇ ਚੌਧਰੀ ਕਪੂਰਾ ਕਹਿਣ ਲੱਗਿਆ, ਨਵਾਬ ਸਾਹਿਬ ਇੱਥੇ ਚਾਰੇ ਪਾਸੇ ਕੋਹਾਂ ਤੱਕ ਰੋਈਆਂ ਵਿਆਵਾਨ ਉਜਾੜੀ ਉਜਾੜ ਪਏ ਹਨ। ਇਸ ਧਰਤੀ ਨੇ ਤਾਂ ਇਹ ਡੈਣ ਦਾ ਜਿਹੜਾ ਰੂਪ ਧਾਰਨ ਕੀਤਾ ਹੋਇਆ ਹੈ, ਅਗਰ ਇਹਨਾਂ ਪੈਰਾਂ ਤੋਂ ਤੁਸੀਂ ਅੱਗੇ ਨੂੰ ਜਾਓਗੇ ਤਾਂ ਫਿਰ ਜਿਹੜਾ ਪਾਣੀ ਤੁਹਾਨੂੰ 30 ਕੋਹਾਂ 'ਤੇ ਪੀਣ ਦੇ ਮੇਲੇ ਹੀ ਮਿਲੂਗਾ। ਜੇਕਰ ਪਿਛਾਂਹ ਨੂੰ ਹਟੋਗੇ ਫਿਰ ਤਕਰੀਬਨ ਆਪਾਂ ਘੋੜਿਆਂ ਨੂੰ ਪੋਈਏ ਚਾਲ ਪਾ ਕਰਕੇ
ਇੱਕ ਪੈਰ ਦੇ ਅੰਦਰ ਅੰਦਰ ਪਾਣੀ ਦੇ ਪਾਸ ਪਹੁੰਚ ਜਾਣਾ ਹੈ। ਸੁਣ ਕਰਕੇ ਵਜੀਦਾ ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਵੀ ਹੁਣ ਕੀ ਕੀਤਾ ਜਾਏ। ਚੌਧਰੀ ਕਪੂਰੇ ਨੂੰ ਫਿਰ ਆਪਣੇ ਮਨ ਦਾ ਜਿਹੜਾ ਮਨੋਰਥ ਉਹ ਦੱਸਿਆ ਵੀ ਜਿਹੜੇ ਮੇਰੇ ਦੋ ਬਹੁਤ ਵੱਡੇ ਕਾਰਜ ਅਜੇ ਬਾਕੀ ਕਰਨੇ ਰਹਿ ਗਏ ਹਨ। ਇੱਕ ਤਾਂ ਮੈਂ ਆਪਣੇ ਸਰਦਾਰਾਂ ਜਰਨੈਲਾਂ ਦੀਆਂ ਜਿਹੜੀਆਂ ਲੋਥਾਂ ਧਰਤੀ ਦੇ ਵਿੱਚ ਦਫਨਾਉਣੀਆਂ ਚਾਹੁੰਦਾ। ਦੂਜੇ ਨੰਬਰ 'ਤੇ ਕਹਿਣ ਲੱਗਿਆ ਵੀ ਆਪਾਂ ਨੇ ਇੱਥੇ ਮੈਦਾਨੇ ਜੰਗ 'ਚੋਂ ਗੁਰੂ ਜੀ ਦਾ ਸਰੀਰ ਵੀ ਲੱਭਣਾ ਹੈ, ਜਿਸ ਮਕਸਦ ਦੇ ਲਈ ਮੈਂ ਇਤਨਾ ਵੱਡਾ ਉਦਮ ਪ੍ਰਸ਼ਾਰਤ ਧਾਰਨ ਕੀਤਾ ਹੈ। ਜੇ ਕਿਤੇ ਗੁਰੂ ਜੀ ਦਾ ਜਿਸਮ ਆਪਾਂ ਨੂੰ ਮਿਲ ਜਾਏ, ਬਾਦਸ਼ਾਹ ਔਰੰਗਜ਼ੇਬ ਦੀ ਮੇਰੇ ਉੱਪਰ ਬੜੀ ਖੁਸ਼ੀ ਹੋ ਜਾਣੀ ਹੈ। ਚੌਧਰੀ ਕਪੂਰਾ ਕਹਿਣ ਲੱਗਿਆ, ਨਵਾਬ ਸਾਹਿਬ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਲੱਗੇ ਹੋ। ਆ ਦੇਖੋ ਜਿਹੜੇ ਨੇ ਤੁਹਾਡੇ ਵੱਡੇ ਵੱਡੇ ਜਵਾਨ ਸਿਪਾਹੀ, ਇਹ ਤਾਂ ਹੁਣ ਪਿਆਸ ਦੇ ਕਾਰਨ ਮਰਦੇ ਜਾ ਰਹੇ ਨੇ। ਕਿਤੇ ਐਸਾ ਨਾ ਹੋਏ ਦੂਜਿਆਂ ਨੂੰ ਦਫਨਾਉਂਦਿਆਂ ਜੇ ਤੁਸੀਂ ਮੁਰਦੇ ਬਣ ਗਏ, ਫਿਰ ਦੱਸੋ ਤੁਹਾਨੂੰ ਇੱਥੇ ਕਿਹੜਾ ਕਰਕੇ ਦਫਨਾਊਗਾ। ਜੋ ਤੁਸੀਂ ਗੁਰੂ ਜੀ ਦੀ ਗੱਲ ਕਰਦੇ ਹੋ, ਇਹ ਹੁਣ ਕੋਈ ਯਕੀਨ ਭਰੋਸਾ ਤਾਂ ਕੀਤਾ ਨਹੀਂ ਜਾ ਸਕਦਾ ਵੀ ਗੁਰੂ ਜੀ ਇੱਥੇ ਸ਼ਹੀਦ ਹੋ ਗਏ, ਜ਼ਾਹਿਰ ਅੱਗੇ ਰੋਈਆਂ ਬਿਆਬਾਨਾਂ ਨੂੰ ਨਿਕਲ ਗਏ ਹਨ। ਸੁਣਨ ਅਨੁਸਾਰ ਵਜੀਦੇ ਨੇ ਚੌਧਰੀ ਕਪੂਰੇ ਦੀ ਗੱਲ ਦੇ ਉੱਪਰ ਯਕੀਨ ਭਰੋਸਾ ਧਾਰਨ ਕਰ ਲਿਆ ਵੀ ਮੇਰੇ ਭਲੇ ਦੀ ਗੱਲ ਕਹਿੰਦਾ ਹੈ। ਜਦੋਂ ਇਹਨੇ ਆਪਣੀ ਸੈਨਾ ਦੀ ਬਹੁਤ ਜ਼ਿਆਦਾ ਦੁਖਦਾਈ ਹਾਲਤ ਦੇਖੀ, ਉਸ ਵਕਤ ਪਿੱਛੇ ਨੂੰ ਮੋੜੇ ਪਾ ਦਿੱਤੇ ਸਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗਮਨੈ ਸ਼ੀਗਰ ਜਾਮ ਮਹਿ ਜੈ ਹੈ। ਚੌਧਰੀ ਕਪੂਰੇ ਨੇ ਸਾਰੀ ਗੱਲ ਸਮਝਾਤੀ ਵਜੀਦੇ ਨੂੰ ਵੀ ਆਪਾਂ ਬੜੀ ਤੇਜ਼ੀ ਦੇ ਨਾਲ ਚੱਲ ਕਰਕੇ ਨਾ ਇੱਕ ਪੈਰ ਦੇ ਅੰਦਰ ਅੰਦਰ ਪਾਣੀ ਦੇ ਪਾਸ ਪਹੁੰਚ ਜਾਣਾ ਹੈ। ਪਹੁੰਚ ਨੀਰ ਕੋ ਪ੍ਰਾਪਤ ਹੋਵੇ ਹੈ। ਜਾ ਕਰਕੇ ਜਦੋਂ ਜਵਾਨਾਂ ਸਿਪਾਹੀਆਂ ਨੇ ਪਾਣੀ ਪੀ ਲਿਆ ਤੇ ਫਿਰ ਹੀ ਇਹਨਾਂ ਦੇ ਪ੍ਰਾਣਾਂ ਦਾ ਬਚਾਅ ਹੋ ਸਕਣਾ ਹੈ। ਸਭ ਦਿਨ ਮਹਿ ਦਫਨਾਈ ਨਾ ਜਾਈ। ਕਹਿ ਲੱਗਿਆ ਜੇ ਇੱਥੇ ਮੁਰਦਿਆਂ ਨੂੰ ਇਕੱਠੇ ਕਰਨ ਲੱਗੇ ਆਪਾਂ ਨੂੰ ਦੇ ਲਓ, ਫਿਰ ਸਾਰਾ ਦਿਨ ਇੱਥੇ ਹੀ ਬਤੀਤ ਹੋ ਜਾਣਾ ਹੈ। ਦੂਰ ਦੂਰ ਪਰ ਪ੍ਰਾਣ ਗਵਾਈ। ਜਿਹੜੇ ਨੇ ਸਰਦਾਰ ਸਿਪਾਹੀ ਉਹ ਮੈਦਾਨੇ ਜੰਗ 'ਚ ਪਤਾ ਨਹੀਂ ਕਿਤਨੇ ਦੂਰ ਦੂਰ ਤੱਕ ਉਹਨਾਂ ਦੀਆਂ ਜਿਹੜੀਆਂ ਲੋਥਾਂ ਖਿਲਰੀਆਂ ਪਈਆਂ ਨੇ, ਨਹਿ ਇੱਕ ਤਲ ਉਠਾਈ ਕਰ ਲੈ ਹੈ। ਹੁਣ ਇੱਕ ਥਾਂ 'ਤੇ ਰਲ ਮਿਲ ਕਰਕੇ ਕਿਸੇ ਨੇ ਜੰਗ ਦਾ ਕੀਤਾ ਨਹੀਂ ਵੀ ਥੋੜ੍ਹੇ ਟਾਈਮ ਦੇ ਅੰਦਰ ਆਪਾਂ ਚੁੱਕ ਕਰਕੇ ਇਹਨਾਂ ਨੂੰ ਟੋਏ ਦੇ ਵਿੱਚ ਪਾ ਸਕਦੇ ਹਾਂ। ਉਹ ਝਾੜਾਂ 'ਚ ਕੋਈ ਵਿਚਾਰਾ ਕਿਤੇ ਪਿਆ, ਕਿਸੇ ਦੀ ਲੋਥ ਪਤਾ ਨਹੀਂ ਕਿਤਨੀ ਦੂਰੀ ਤੈ ਪਈ ਹੋਏਗੀ। ਇਹ ਤਾਂ ਕਾਜ ਨਹੀਂ ਬਨ ਐ ਹੈ। ਚੌਧਰੀ ਕਪੂਰਾ ਕਹਿਣ ਲੱਗਿਆ, ਨਵਾਬ ਸਾਹਿਬ ਇਹ ਜਿਹੜਾ ਤੁਹਾਡਾ ਕੰਮ ਕੋਈ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਪੂਰਾ ਨਹੀਂ ਹੋਏਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਹਠੀਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਹਠੀਲੇ ਜ਼ੋਦੇ
ਸੋਰਮੇ ਹਨ। ਅਬ ਲਾਖਤ ਨਿਤ ਰਣ ਕੀ ਲੀਲਾ। ਸਤਿਗੁਰੂ ਜੀ ਤਾਂ ਇਹ ਵੱਡੇ ਵੱਡੇ ਘਮਸਾਨ ਦੇ ਯੁੱਧਾਂ ਨੂੰ ਇੱਕ ਆਪਣੀ ਖਾਸ ਲੀਲਾ ਹੀ ਸਮਝਿਆ ਕਰਦੇ ਸਨ। ਸੋ ਪੀ ਨਿਸ਼ਚੈ ਨਾਹਨ ਭਇਓ। ਅਜੇ ਤੱਕ ਕਿਸੇ ਨੂੰ ਇਹ ਯਕੀਨ ਭਰੋਸਾ ਮਨ ਦੇ ਵਿੱਚ ਪੈਦਾ ਨਹੀਂ ਹੋਇਆ। ਕਹਿ ਰਨ ਹਤਿਓ ਕਿ ਨਿਕਸੈ ਗਇਓ। ਕੋਈ ਪਤਾ ਨਹੀਂ ਗੁਰੂ ਜੀ ਇੱਥੇ ਸ਼ਹੀਦ ਹੋਏ ਹਨ। ਜ਼ਾਬਰ ਅੱਗੇ ਰੋਈਆਂ ਬੀਆਵਾਨਾਂ ਦੇ ਵੱਲ ਵੀ ਜਾ ਸਕਦੇ ਨੇ। ਤਿਨ ਕੀ ਲੋਥ ਨਾ ਕਿਨਹੂ ਪਾਈ। ਅਜੇ ਤੱਕ ਗੁਰੂ ਜੀ ਦੇ ਪਰਥਾਏ ਕੋਈ ਵੀ ਕਿਸੇ ਨੂੰ ਖਬਰ ਨਹੀਂ ਪ੍ਰਾਪਤ ਹੋਈ ਹੈ। ਦੂਰ ਦੂਰ ਲੱਗ ਇਹ ਧੋਤ ਧਾਈ। ਆ ਦੇਖੋ ਤੁਹਾਡੇ ਜਿਹੜੇ ਸਿਪਾਹੀ ਜਵਾਨ ਮੁਰਦੇ ਪਤਾ ਨਹੀਂ ਕਿਤਨੀ ਦੂਰ ਦੂਰ ਤੱਕ ਝਾੜਾਂ ਦੇ ਵਿੱਚ ਪਏ ਹਨ। ਆਪਣੇ ਪ੍ਰਾਨ ਬਚਾਵਨ ਕਰੀਏ ਹੈ। ਨਵਾਬ ਸਾਹਿਬ ਹੁਣ ਤਾਂ ਤੁਹਾਨੂੰ ਆਪਣੇ ਜਿਹੜੇ ਪ੍ਰਾਣ ਬਚਾਉਣੇ ਚਾਹੀਦੇ ਹਨ। ਹਟੋ ਪਿਛਾਰੀ ਮਗ ਚੱਲ ਪਰੀਏ ਹੈ। ਜੇ ਆਪਾਂ ਚੱਲ ਪਏ ਇੱਕ ਪੈਰ ਦੇ ਅੰਦਰ ਅੰਦਰ ਪਾਣੀ ਦੇ ਪਾਸ ਪਹੁੰਚ ਜਾਣਾ। ਜੀਤਕ ਸ਼ਸਤਰ ਉਤਾਰੀ ਜਾਹੀ। ਆਪਣੇ ਬਚੇ ਹੋਏ ਜਵਾਨਾਂ ਸਿਪਾਹੀਆਂ ਨੂੰ ਹੁਕਮ ਕਰ ਦਿਓ ਵੀ ਜਿਤਨੇ ਕਿ ਜਿਹੜੇ ਸ਼ਸਤਰ ਦੂਸਰਿਆਂ ਦੇ ਆਪਣੇ ਪਾਸ ਉਠਾ ਸਕਦੇ ਹਨ। ਕਹੋ ਆਇਸ ਲਈ ਲਸ਼ਕਰ ਤਾਹੀ। ਤੁਹਾਡੀ ਆਗਿਆ ਪਾ ਕੇ ਸਾਰੀ ਸੈਨਾ ਨੇ ਹੁਣੇ ਹੀ ਜਦੋਂ ਨਾ ਪੁੱਛੇ ਨੂੰ ਮੋੜੇ ਪਾ ਦੇਣੇ ਨੇ। ਗਾਡੇ ਵਿੱਚ ਕਹਾਂ ਹੋਈ ਜਾਈ। ਚੌਧਰੀ ਕਪੂਰਾ ਕਹਿਣ ਲੱਗਿਆ ਵੀ ਜੇਪਾ ਸਰਦਾਰਾਂ ਨੂੰ ਜਰਨੈਲਾਂ ਨੂੰ ਉਹ ਇਕੱਠਿਆਂ ਕਰਕੇ ਟੋਏ ਦੇ ਵਿੱਚ ਦੱਬ ਵੀ ਦਿੱਤਾ ਤਾਂ ਫਿਰ ਕੀ ਹੋ ਜਾਣਾ ਹੈ। ਪਰੀ ਧਰਾ ਪਰ ਹੀ ਸਮੁਦਾਈ। ਹੁਣ ਵੀ ਚਾਰੇ ਪਾਸੇ ਥਾਂ ਥਾਂ ਤੇ ਇਹਨਾਂ ਦੀਆਂ ਜਿਹੜੀਆਂ ਲੋਥਾਂ ਧਰਤੀ ਦੇ ਉੱਪਰ ਹੀ ਪਈਆਂ ਹਨ। ਅਤੀ ਮਹਾਨ ਲੀਨ ਜਸਵਾਰੀ। ਜਿਨ੍ਹਾਂ ਨੇ ਬੜਾ ਘਮਸਾਨ ਦਾ ਜ਼ਦ ਕਰਦਿਆਂ ਦੁਨੀਆ ਦੇ ਵਿੱਚ ਬੜੀ ਵਡਿਆਈ ਬੜਾ ਜਸ ਘਟ ਲਿਆ। ਭਲੋ ਹਟਨ ਹੀ ਲਖੋ ਪਿਚਾਰੀ। ਚੌਧਰੀ ਕਪੂਰੇ ਨੇ ਬਾਰ-ਬਾਰ ਜਦੋਂ ਸਲਾਹ ਦਿੱਤੀ ਵਜੀਦੇ ਨੂੰ ਵੀ ਜੇ ਤਾਂ ਆਪਣੇ ਜਵਾਨਾਂ ਸਿਪਾਹੀਆਂ ਨੂੰ ਬਚਾਉਣਾ ਹੈ ਫਿਰ ਤਾਂ ਜਲਦੀ ਤੋਂ ਜਲਦੀ ਇੱਥੋਂ ਪਿੱਛੇ ਹੀ ਹਟਣਾ ਪਵੇਗਾ। ਮਰੀ ਸੋ ਮਰੀ ਭਿਸਤ ਕੋ ਗਈ। ਜਿਹੜੇ ਸਰੀਰ ਤਿਆਗ ਕੇ ਉਹ ਤਾਂ ਹੁਣ ਸਾਰੇ ਭਿਸਤਾਂ ਦੇ ਵਿੱਚ ਪਹੁੰਚ ਚੁੱਕੇ ਹਨ। ਨਿਮਕ ਹਲਾਲ ਪ੍ਰਾਨ ਰਨ ਦਈ। ਇਹਨਾਂ ਜਵਾਨਾਂ ਸਿਪਾਹੀਆਂ ਨੇ ਆਪਣੇ ਮਾਲਕ ਦਾ ਜਿਹੜਾ ਲੋਨ ਹਲਾਲ ਕਰਦਿਆਂ ਹੋਇਆਂ ਪ੍ਰਾਣ ਵੀ ਜੰਗ ਕਰਦਿਆਂ ਤਿਆਗ ਦਿੱਤੇ ਹਨ। ਜੀ ਨਵਾਬ ਜੀ ਇਮ ਨਾ ਕਰਹਿ। ਚੌਧਰੀ ਕਪੂਰੇ ਨੇ ਸਮਝਾਇਆ ਕਹਿ ਲੱਗਿਆ ਨਵਾਬ ਸਾਹਿਬ ਵੀ ਜੇ ਦੇਖੋ ਇਹ ਗੱਲ ਤੁਹਾਨੂੰ ਪ੍ਰਵਾਨ ਨਹੀਂ ਹੈ। ਬਿਨ ਮਾਰੀ ਸਭ ਹਮ ਮਰ ਜਹਿ। ਦੇ ਲੋ ਕਿਤਨੀ ਜਿਹੜੀ ਤੇਜ ਗਰਮੀ ਪੈਣ ਲੱਗ ਪਈ ਹੈ। ਆ ਜਿਹੜੇ ਬੱਚੇ ਖਚੇ ਤੇਰੇ ਜਵਾਨ ਸਿਪਾਹੀ ਇਹ ਤਾਂ ਬਿਨਾਂ ਮਾਰਿਆਂ ਤੋਂ ਪਿਆਸ ਦੇ ਨਾਲ ਇੱਥੇ ਹੀ ਮੈਦਾਨੇ ਜੰਗ 'ਚ ਮਰ ਜਾਣੇ ਹਨ। ਸੁਣ ਤ ਵਜੀਦ ਖਾਨ ਮਨ ਮਾਨੀ। ਸੁਣ ਕਰਕੇ ਵਜ਼ੀਰ ਖਾਨ ਨੇ ਵੀ ਇਹਦੀ ਗੱਲ ਮਨ ਦੇ ਵਿੱਚ ਚੰਗੀ ਮੰਨ ਲਈ ਸੀ। ਸਾਚ ਕਪੂਰੀ ਬਾਤ ਬਖਾਨੀ। ਕਹਿ ਲੱਗਿਆ ਚੌਧਰੀ ਸਾਹਿਬ ਤੈਂ ਆਪਣੇ ਵੱਲੋਂ ਬੜੀ ਮੇਰੇ ਜਿਹੜੀ ਭਲੇ ਦੀ ਗੱਲ ਕੀਤੀ ਹੈ। ਇਹ ਚੌਧਰੀ ਦਾਨ ਸੰਬੰਧਾ। ਚੌਧਰੀ ਕਪੂਰਾ ਬੜਾ ਸਿਆਣਾ ਹੈ, ਬੜਾ ਦਾਨ ਹੈ, ਸ੍ਰੇਸ਼ਟ ਬੁੱਧ ਇਸ ਨੇ ਧਾਰਨ ਕੀਤੀ ਹੋਈ ਹੈ। ਇਹ ਹੁਣ ਮੈਨੂੰ ਪਿੱਛੇ ਮੋੜ ਕਰਕੇ ਜਿਹੜੀ ਹੈ ਬਚੀ ਹੋਈ ਫੌਜ ਸਿਪਾਹੀ ਜਵਾਨ ਉਹਨਾਂ ਦੇ ਪ੍ਰਾਣਾਂ ਨੂੰ ਬਚਾਉਣੇ ਚਾਹੁੰਦਾ ਹੈ। ਹਮਰੇ ਹਿਤ ਕੀ ਨੀਤ ਪਨੰਤਾ। ਇਹ ਤਾਂ ਰੋਜ਼ਾਨਾ ਹੀ ਸਾਡੇ ਭਲੇ ਦੀ ਗੱਲ ਹਮੇਸ਼ਾ ਤੋਂ ਪਹਿਲਾਂ ਤੋਂ ਹੀ ਕਰਦਾ ਆਇਆ। ਇਮ ਕਹਿ ਬਾਗ ਤੁਰੰਗਮ ਫੇਰੀ। ਇਹ ਸੁਣ ਕਰਕੇ ਬਾਜ਼ੀਦੇ ਨੇ ਆਪਣੇ ਜਵਾਨਾਂ ਸਿਪਾਹੀਆਂ ਨੂੰ ਹੁਕਮ ਕਰਤਾ ਵੀ ਸਾਰਿਆਂ ਨੇ
ਆਪੋ ਆਪਣੇ ਘੋੜਿਆਂ ਦੀਆਂ ਜਿਹੜੀਆਂ ਬਾਂਗਾਂ ਪਿੱਛੇ ਨੂੰ ਮੋੜ ਲੈਣੀਆਂ ਹਨ। ਚਲਿਓ ਸ਼ੀਘਰ ਕਰ ਸਭ ਕੋ ਪ੍ਰੇਰੀ। ਸਾਰਿਆਂ ਨੂੰ ਪ੍ਰੇਰ ਕਰਕੇ ਵਜੀਦਾ ਉਥੋਂ ਹੀ ਫਿਰ ਵਾਪਸ ਮੁੜ ਪਿਆ ਸੀ। ਮ੍ਰਿਤ ਤਉ ਤਜੀ ਹੋਤੇ ਤਿਸ ਠੌਰਾ। ਔਰ ਜਿਹੜੇ ਵਿਚਾਰੇ ਮੁਰਦੇ ਉਹ ਤਾਂ ਚਾਰੇ ਪਾਸੇ ਥਾਂ ਥਾਂ ਤੇ ਦੌਰ ਦੌਰ ਤੱਕ ਖਿਲ ਰਹੇ ਪਏ ਸਨ। ਕਾਇਲ ਕਹੋ ਪੀ ਛੋੜਤ ਦੌਰਾ। ਪਰ ਜਿਹੜੇ ਵਿਚਾਰੇ ਵੱਡੇ ਵੱਡੇ ਜ਼ਖਮੀ ਹੋ ਚੁੱਕੇ ਸੀ ਉਹਨਾਂ ਦੀ ਵੀ ਕਿਸੇ ਨੇ ਮੈਦਾਨੇ ਜੰਗ ਦੇ ਵਿੱਚ ਆ ਕਰਕੇ ਸੰਭਾਲ ਨਹੀਂ ਕੀਤੀ। ਜ਼ਖਮੀਆਂ ਨੂੰ ਮੁਰਦਿਆਂ ਨੂੰ ਆਪਣੀ ਜਾਨ ਬਚਾਉਣ ਵਾਸਤੇ ਉਸੇ ਤਰ੍ਹਾਂ ਇਹ ਮੈਦਾਨੇ ਜੰਗ ਦੇ ਵਿੱਚ ਛੱਡ ਕਰਕੇ ਪਿੱਛੇ ਨੂੰ ਮੁੜ ਗਏ ਹਨ। ਬਿਨ ਜਲ ਤੀ ਤਰਫਤ ਬਹੁ ਮਰੀ। ਬੜੇ ਜਿਹੜੇ ਜਵਾਨ ਪਾਣੀ ਤੋਂ ਬਗੈਰ ਤੜਫਦਿਆਂ ਉਹਨਾਂ ਦੇ ਪ੍ਰਾਣ ਨਿਕਲ ਗਏ ਸੀ। ਬਿਨ ਸਮਰੱਥ ਰਨ ਥਲ ਜੀ ਪਰੀ। ਹੁਣ ਜਿਨ੍ਹਾਂ ਦੇ ਸਰੀਰਾਂ ਦੇ ਅੰਦਰ ਕੋਈ ਤਾਕਤ ਨਹੀਂ, ਬਲ ਨਹੀਂ ਰਿਹਾ, ਪਹਿਲਾਂ ਹੀ ਅੰਗਾਂ ਦੇ ਉੱਪਰ ਵੱਡੇ ਵੱਡੇ ਜ਼ਖਮ ਹੋ ਚੁੱਕੇ ਸੀ। ਹਰਖਤ ਰਿਧੀ ਵਿਚਾਰਤ ਜਾਤਾ। ਹੁਣ ਵਜ਼ੀਰ ਖਾਨ ਰਾਹ ਦੇ ਵਿੱਚ ਮਨ ਦੇ ਅੰਦਰ ਸੋਚਦਿਆਂ ਹੋਇਆ ਇਹਦੇ ਚਿੱਤ ਦੇ ਅੰਦਰ ਇਹ ਖੁਸ਼ੀ ਪੈਦਾ ਹੋਣ ਲੱਗ ਪਈ ਹੈ ਅਬ ਕੀ ਸ੍ਰੀ ਗੁਰ ਕੀ ਨਸਕਾਤਾ। ਵੀ ਮੈਂ ਆ ਖਦਰਾਣੇ ਦੀ ਢਾਬ ਤੇ ਆਪਣੀ ਸੈਨਾ ਨੂੰ ਲੈ ਕਰਕੇ ਗੁਰੂ ਜੀ ਨੂੰ ਨਾ ਸ਼ਹੀਦ ਕਰ ਦਿੱਤਾ ਹੈ। ਜਿਨ ਲੱਖੋਂ ਲਸ਼ਕਰ ਚੜਵਾਈ। ਜਿਸ ਗੁਰੂ ਦੇ ਉੱਪਰ ਪਹਿਲਾਂ ਵੀ ਕਈ ਦਫਾ ਜਿਹੜੀ ਸ਼ਾਹੀ ਫੌਜ ਲੋਕਾਂ ਦੀ ਗਿਣਤੀ ਦੇ ਵਿੱਚ ਚੜ ਕਰਕੇ ਆਈ ਸੀ। ਹਤ ਜਹਾਨ ਮਹਿ ਸ਼ੋਕ ਪਾਈ। ਉਹਨਾਂ ਨੇ ਥਾਂ ਥਾਂ ਤੇ ਲੱਖਾਂ ਹੀ ਯੋਧੇ ਸੂਰਮਿਆਂ ਨੂੰ ਨਾਸ ਕਰਕੇ ਦੇਖੋ ਘਰ ਘਰ ਦੇ ਵਿੱਚ ਕਿਵੇਂ ਬੜੇ ਸ਼ੌਕ ਬੜੀ ਗਮੀ ਆ ਸਾਰੀ ਦੁਨੀਆ ਦੇ ਅੰਦਰ ਗੁਰੂ ਜੀ ਨੇ ਪੈਦਾ ਕਰ ਦਿੱਤੀ ਹੈ। ਚਿਰੰਗ ਕਾਲ ਲਗ ਰਾਖ ਲਰਾਈ। ਬੜੇ ਲੰਬੇ ਸਮੇਂ ਤੋਂ ਗੁਰੂ ਜੀ ਬਹੁਤ ਵੱਡੇ ਵੱਡੇ ਕਮਸਾਨ ਦੇ ਯੁੱਧ ਤੁਰਕਾਂ ਮੁਗਲਾਂ ਪਠਾਣਾਂ ਦੇ ਨਾਲ ਕਰਦੇ ਆਏ ਨੇ। ਮਾਰਨ ਮਰਨਾ ਕੀਨ ਸਮੁਦਾਈ। ਜਿਨ੍ਹਾਂ ਨੇ ਪਤਾ ਨਹੀਂ ਕਿਤਨੀ ਦਫਾ ਆਮੋ ਸਾਹਮਣੇ ਆ ਕਰਕੇ ਬੜੇ ਜਵਾਨਾਂ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੂਰਬ ਲਰਿਓ ਪਹਾਰਨ ਮਹਿ ਜਬ। ਗੁਰੂ ਜੀ ਨੇ ਪਹਿਲਾਂ ਜਦੋਂ ਅਨੰਦਪੁਰ ਦੇ ਵਿੱਚ ਰਹਿੰਦੇ ਹੋਇਆਂ ਵੀ ਆ ਪਹਾੜੀ ਰਾਜਿਆਂ ਦੇ ਨਾਲ ਕਿਤਨੇ ਵੱਡੇ ਵੱਡੇ ਜੰਗ ਕੀਤੇ ਸਨ। ਘਾਤ ਹੋਣ ਤੇ ਲੜਤ ਬਚਿਓ ਤਬ। ਪਰ ਫਿਰ ਵੀ ਇਹੋ ਜਿਹਾ ਦਾ ਘਾ ਲਗਾ ਕਰਕੇ ਗੁਰੂ ਜੀ ਵੱਡੇ ਵੱਡੇ ਯੁੱਧਾਂ ਚੋਂ ਨਾ ਇਹ ਆਪਣੇ ਆਪ ਦਾ ਬਚਾਅ ਕਰ ਲੈਂਦੇ ਸਨ। ਹਰ ਅਰ ਰਹਿਓ ਜੰਗ ਮੁਖ ਤੋਰ। ਦੇਖੋ ਵੱਡੇ ਵੱਡੇ ਯੋਧੇ ਸੂਰਮਿਆਂ ਦਾ ਮੂੰਹ ਗੁਰੂ ਜੀ ਨੇ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਹੋ ਕਰਕੇ ਮੋੜ ਦਿੱਤਾ ਸੀ। ਗਇਓ ਸਭੰ ਤੇ ਕਰ ਕਰ ਜੋੜ। ਆਪਣਾ ਬਲ ਆਪਣਾ ਜ਼ੋਰ ਲਗਾਉਂਦਿਆਂ ਹੋਇਆਂ ਕਿਤਨੇ ਵੱਡੇ ਵੱਡੇ ਹੋ ਜਾਏ ਭਿਆਨਕ ਵਿਘਨਾਂ ਦੇ ਵਿੱਚੋਂ ਵੀ ਗੁਰੂ ਜੀ ਇਹ ਸਹੀ ਸਲਾਮਤ ਬਚ ਕਰਕੇ ਅੱਗੇ ਲੰਘ ਜਾਂਦੇ ਸਨ। ਸੁਨੋ ਕਪੂਰਾ ਆਨੰਦਪੁਰ ਮੈਂ। ਉਸ ਸਮੇਂ ਵਜ਼ੀਰ ਖਾਨ ਮਨ ਦੇ ਅੰਦਰ ਖੁਸ਼ ਹੋ ਕੇ ਚੌਧਰੀ ਕਪੂਰੇ ਨੂੰ ਕਹਿਣ ਲੱਗਿਆ ਵੀ ਦੇਖੋ ਆਨੰਦਪੁਰ ਦੇ ਵਿੱਚ ਰਹਿੰਦੇ ਹੋਇਆਂ ਪਹਿਲਾਂ ਤੋਂ ਹੀ ਗੁਰੂ ਜੀ ਨੇ ਵੱਡੇ ਵੱਡੇ ਜੰਗ ਪਹਾੜੀ ਰਾਜਿਆਂ ਦੀ ਫੌਜ ਦੇ ਨਾਲ ਵੀ ਕੀਤਾ ਸੀ। ਰਚਿਓ ਜੰਗ ਕਰ ਆਨੰਦ ਉਰ ਮੈਂ। ਕਿਸੇ ਵੀ ਪਹਾੜੀ ਰਾਜੇ ਨੂੰ ਗੁਰੂ ਜੀ ਨੇ ਇਹ ਆਨੰਦਪੁਰ ਦੇ ਵਿੱਚ ਪ੍ਰਵੇਸ਼ ਨਹੀਂ ਹੋਣ ਦਿੱਤਾ ਸੀ। ਸਾਰੇ ਵਿਚਾਰੇ ਡਰ ਦੇ ਮਾਰੇ ਬਾਹਰ ਹੀ ਖੜੇ ਰਹਿੰਦੇ ਸਨ। ਬਾਈ ਧਾਰ ਰਹੀ ਚੱਖ ਮਾਰ। 22 ਤਾਰ ਦੇ ਰਾਜੇ ਉਹ ਵੀ ਚੱਕ ਮਾਰ ਮਾਰ ਕਰਕੇ ਬੜੇ ਥੱਕ ਗਏ ਸਨ। ਸਕਲ ਹਰਾਈ ਜੰਗ ਮਝਾਰ। ਗੁਰੂ ਜੀ ਨੇ
ਯੋਧਾ ਕਰਦਿਆਂ ਉਹਨਾਂ ਪਹਾੜੀ ਰਾਜਿਆਂ ਦੇ ਤਾਂ ਨੱਕ ਦੇ ਵਿੱਚ ਧੂਆਂ ਲਿਆ ਕਰਕੇ ਰੱਖ ਦਿੱਤਾ ਸੀ। ਆਦਿ ਕੇਸਰੀ ਚੰਦ ਗਿਰੇਸ਼, ਜਿਹੜੇ ਕੇਸਰੀ ਚੰਦ ਵਰਗੇ ਇਹ ਪਹਾੜੀ ਇਲਾਕੇ 'ਚ ਬਹੁਤ ਵੱਡੇ ਮਹਾਨ ਯੋਧੇ ਸੂਰਮੇ ਗਿਣੇ ਜਾਂਦੇ ਸੀ। ਕਹਿ ਲੱਗਿਆ ਪਰ ਗੁਰੂ ਜੀ ਨੇ ਕੇਸਰੀ ਚੰਦ ਵਰਗਿਆਂ ਨੂੰ ਵੀ ਮਾਰਨ ਵਾਸਤੇ ਕੋਈ ਜ਼ਿਆਦਾ ਮੈਦਾਨੇ ਜੰਗ ਦੇ ਵਿੱਚ ਟਾਈਮ ਨਹੀਂ ਲਗਾਇਆ ਸੀ। ਮਾਰੇ ਬਲ ਕਰ ਯੁੱਧ ਵਿਸ਼ੇਸ਼, ਮੈਦਾਨੇ ਜੰਗ ਦੇ ਵਿੱਚ ਸਾਹਮਣੇ ਇਹੋ ਜਿਹੇ ਵੱਡੇ ਵੱਡੇ ਮਹਾਨ ਯੋਧੇ ਸੂਰਮੇ ਗੁਰੂ ਜੀ ਨੇ ਦੇਖੋ ਇਹ ਮਿੱਟੀ ਦੇ ਵਿੱਚ ਮਿਲਾ ਦਿੱਤੇ ਹਨ। ਸੋ ਇਸ ਸਮੇਂ ਮਾਰ ਕਰ ਲੀਨ, ਪਰ ਖੁਸ਼ ਹੋ ਕਰਕੇ ਕਹਿੰਦਾ ਵਜ਼ੀਰ ਖਾਨ ਸਰਹੰਦ ਦਾ ਸੂਬਾ ਵੀ ਦੇਖੋ ਮੈਂ ਇਹੋ ਜਿਹੇ ਬਹੁਤ ਵੱਡੇ ਮਹਾਨ ਯੋਧੇ ਸੂਰਮੇ ਗੁਰੂ ਜੀ ਨੂੰ ਖਿਦਰਾਣੇ ਦੀ ਢਾਬ ਦੇ ਉੱਪਰ ਨਾ ਸ਼ਹੀਦ ਕਰ ਦਿੱਤਾ ਹੈ। ਫਤਿਹ ਖੁਦਾਈ ਹਮ ਹੈ ਕੋ ਦੀਨ, ਖੁਦਾ ਨੇ ਬਹੁਤ ਵੱਡੀ ਜਿਹੜੀ ਫਤਿਹ ਮੈਨੂੰ ਬਖਸ਼ ਦਿੱਤੀ ਹੈ। ਭੀਮ ਚੰਦ ਤੇ ਆਦ ਪਹਾੜੀ, ਜਿੱਥੇ ਹੁਣ ਭੀਮ ਚੰਦ ਵਰਗਿਆਂ ਨੇ ਬੜਾ ਆਪਣੇ ਵੱਲੋਂ ਗੁਰੂ ਜੀ ਨੂੰ ਜਿੱਤਣ ਦੇ ਲਈ ਬੜਾ ਜ਼ੋਰ ਲਗਾਇਆ ਸੀ। ਜਿਸ ਤੇ ਵੱਡੀ ਤਰਾਸ ਕੋ ਧਾਰੀ, ਪਰ ਫਿਰ ਵੀ ਜਦੋਂ ਕਿਤੇ ਗੁਰੂ ਜੀ ਆਉਂਦੇ ਬਾਹਰ ਮੈਦਾਨੇ ਜੰਗ 'ਚ ਉਸ ਸਮੇਂ ਇਹਨਾਂ ਸਾਰਿਆਂ ਦੇ ਦਿਲ ਕੰਬਣ ਲੱਗ ਜਾਂਦੇ ਸਨ। ਕਰੀ ਪੁਕਾਰ ਸ਼ਾਹੋ ਕੀ ਆਗੀ, ਇਹਨਾਂ ਪਹਾੜੀ ਰਾਜਿਆਂ ਨੇ ਹਾਰ ਕਰਕੇ ਫਿਰ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਜਾ ਕਰਕੇ ਬੜੀਆਂ ਪੁਕਾਰਾਂ ਕੀਤੀਆਂ। 3 ਲੱਖ ਦਲ ਲੈ ਕਰ ਭਾਗੀ, ਉਸ ਟਾਈਮ ਤੇ ਬਾਦਸ਼ਾਹ ਔਰੰਗਜ਼ੇਬ ਨੇ ਵੀ ਆਪਣੇ ਵੱਲੋਂ 3 ਲੱਖ ਦੀ ਜਿਹੜੀ ਫੌਜ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜੀ ਸੀ। ਹਜਰਤ ਸੁਨਤ ਕੋਪ ਕੋ ਧਾਰਿਆ, ਬਾਦਸ਼ਾਹ ਔਰੰਗਜ਼ੇਬ ਸੁਣ ਕਰਕੇ ਉਹ ਵੀ ਮਨ ਦੇ ਵਿੱਚ ਬੜਾ ਹੈਰਾਨ ਹੋ ਜਾਂਦਾ ਵੀ ਦੇਖੋ ਇੱਕ ਛੋਟੀ ਜੀ ਆਨੰਦਪੁਰ ਦੀ ਜਿਹੜੀ ਨਗਰੀ ਤੁਹਾਡੇ ਕੋਲੋਂ ਅਜੇ ਤੱਕ ਫਤਿਹ ਨਹੀਂ ਹੋਈ। ਗੁਰੂ ਜੀ ਦੇ ਪਾਸ ਨਾ ਕੋਈ ਬਹੁਤ ਵੱਡੀ ਸੈਨਾ, ਨਾ ਉਹਨਾਂ ਦੇ ਕੋਲ ਕੋਈ ਜ਼ਿਆਦਾ ਇਹੋ ਜਿਹੇ ਯੋਧੇ ਸੂਰਮੇ ਵੀ ਭਰਤੀ ਨਹੀਂ ਕੀਤੇ ਹੋਏ ਹਨ। ਕੇਵਲ ਤੇ ਕੇਵਲ ਨੀਵੀਆਂ ਜਾਤਾਂ ਵਾਲੇ ਗੁਰੂ ਜੀ ਨੇ ਅਨੰਦਪੁਰ ਦੇ ਵਿੱਚ ਇਕੱਠੇ ਕੀਤੇ ਹੋਏ ਨੇ ਨੀਚ ਲੋਕ, ਵੀ ਉਹੀ ਤੁਹਾਡੇ ਪਾਸੋਂ ਅਜੇ ਤੱਕ ਬਸ ਦੇ ਵਿੱਚ ਨਹੀਂ ਆਏ ਹਨ। ਜਿਤ ਕਿਤ ਤੇ ਪਠ ਲਸ਼ਕਰ ਭਾਰਾ, ਜਦੋਂ ਕਦੋਂ ਵੀ ਪਹਾੜੀ ਰਾਜੇ ਜਾ ਕੇ ਬਾਦਸ਼ਾਹ ਦੇ ਪਾਸ ਹਾਜ਼ਰ ਹੁੰਦੇ ਉਹ ਸਮੇਂ ਕਦੇ ਨੇ ਲਾਹੌਰ ਦਾ ਸੂਬਾ ਤੇ ਕਦੇ ਫਿਰ ਸਰਹੰਦ ਦੇ ਸੂਬੇ ਨੂੰ ਭੇਜਿਆ ਕਰਦਾ ਸੀ। ਜ਼ਬਰਦਸਤ ਹਮ ਸਹਿਤ ਚੜਾਈ, ਵਜ਼ੀਰ ਖਾਨ ਨੇ ਸਾਰੀ ਗੱਲਬਾਤ ਦੱਸੀ ਵੀ ਮੇਰੇ ਸਮੇਤ ਜਿਹੜਾ ਸੀ ਨਾ ਇਹ ਲਾਹੌਰ ਦਾ ਸੂਬਾ ਜ਼ਬਰਦਸਤ ਖਾਨ ਉਹ ਵੀ ਆਪਣੀ ਸਾਰੀ ਫੌਜ ਲੈ ਕਰਕੇ ਆਇਆ ਸੀ। ਕਈ ਲੱਖ ਸੈਨਾ ਉਮੜਾਈ, ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਕਈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੈਨਾ ਇਕੱਠੀ ਹੋ ਕਰਕੇ ਆਇਆ ਕਰਦੀ ਸੀ। ਆਨੰਦਪੁਰ ਕੋ ਚੌਦਿਸ਼ ਘੇਰਾ, ਅਖੀਰ ਨੂੰ ਇਹਨਾਂ ਨੇ ਆਨੰਦਪੁਰ ਨੂੰ ਚਾਰੇ ਪਾਸਿਆਂ ਤੋਂ ਬੜਾ ਸਖਤ ਘੇਰਾ ਵੀ ਪਾ ਕਰਕੇ ਦੇਖ ਲਿਆ ਸੀ। ਨਿਕਸ ਬਹਿਰ ਕਰ ਜੰਗ ਵਡੇਰਾ, ਫਿਰ ਵੀ ਗੁਰੂ ਜੀ ਆਨੰਦਪੁਰ ਦੇ ਵਿੱਚੋਂ ਜਦੋਂ ਬਾਹਰ ਚਲੇ ਗਏ ਸਨ। ਨਹੀਂ ਸ਼ਿਕਸਤ ਕਿਸਤ ਹੂੰ ਤੇ ਖਾਈ, ਪਰ ਗੁਰੂ ਜੀ ਨੇ ਕਦੇ ਵੀ ਕਿਸੇ ਪਾਸੋਂ ਕੋਈ ਹਾਰ ਨਹੀਂ ਖਾਧੀ ਹੈ। ਬਾਨ ਪ੍ਰਹਾਰੇ ਕੋਸ ਅਡਾਈ, ਜਿਨ੍ਹਾਂ ਦੇ ਚਲਾਏ ਹੋਏ ਬਾਣ ਕੋਹਾਂ ਤੱਕ ਵੀ ਮਾਰਿਆ ਕਰਿਆ ਕਰਦੇ ਸਨ। ਹਸ ਗੁਰ ਵੱਡੋ ਬਹਾਦਰ ਚੀਨ, ਵਜ਼ੀਰ ਖਾਨ ਕਹਿਣ ਲੱਗਿਆ ਚੌਧਰੀ ਕਪੂਰੇ ਨੂੰ ਵੀ ਜਿਹੜੇ ਇਹੋ ਜਿਹੇ ਬਹੁਤ ਵੱਡੇ ਮਹਾਨ ਯੋਧੇ ਸੂਰਮੇ
ਇਹ ਤਾਂ ਦੁਨੀਆ ਦੇ ਵਿੱਚ ਹੀ ਬੜੇ ਪ੍ਰਸਿੱਧ ਹੋ ਚੁੱਕੇ ਹਨ। ਸੋ ਅਬ ਮਾਰ ਪਤੇ ਹਮ ਲੀਨ। ਉਹਨਾਂ ਨੂੰ ਮੈਂ ਆ ਖਿਦਰਾਣੇ ਦੀ ਢਾਲ ਤੇ ਸ਼ਹੀਦ ਕਰਕੇ ਫਤਿਹ ਪ੍ਰਾਪਤ ਕਰ ਲਈ ਹੈ। ਨਿਕਸਿਓ ਪੁੰਨ ਆਨੰਦਪੁਰ ਛੋੜਾ। ਜਦੋਂ ਨਾ ਗੁਰੂ ਜੀ ਆਨੰਦਪੁਰ ਨੂੰ ਛੱਡ ਕਰਕੇ ਸਰਸਾ ਨਾਲੇ ਦੇ ਕਿਨਾਰੇ ਤੇ ਪਹੁੰਚੇ ਸੀ। ਆਵਨ ਲਗ ਸੋ ਜੰਗਲ ਓਰਾ। ਉਥੋਂ ਫਿਰ ਹੌਲੀ ਹੌਲੀ ਚਮਕੌਰ ਦੀ ਗਲੀ ਚੋਂ ਨਿਕਲ ਕਰਕੇ ਆ ਜੰਗਲ ਦੇ ਇਲਾਕੇ ਦੇ ਵਿੱਚ ਆ ਗਏ ਸਨ। ਸਗਰੋ ਲਸ਼ਕਰ ਪਰਿਓ ਪਿਛਾਰੀ। ਉਸ ਟਾਈਮ ਤੇ ਵੀ ਆ ਜਿਹੜੀ ਸ਼ਾਹੀ ਫੌਜ ਗੁਰੂ ਜੀ ਦੇ ਪਿੱਛੇ ਲੱਗੇ ਹੋਈ ਸੀ, ਵੀ ਜਿੱਥੇ ਕਿਤੇ ਮਿਲ ਗਏ ਉੱਥੇ ਹੀ ਆਪਾਂ ਨੇ ਗ੍ਰਿਫਤਾਰ ਕਰ ਲੈਣਾ। ਤੁਰ ਕਾਨਾ ਹਤ ਪੰਥ ਮਜਾਰੀ। ਪਰ ਰਾਹ ਦੇ ਵਿੱਚ ਵੀ ਗੁਰੂ ਜੀ ਨੇ ਫੜੇ ਤੁਰਕ ਮੁਗਲ ਪਠਾਨ, ਚਲਾ ਕਰਕੇ ਤੀਰ ਖਤਮ ਕਰ ਦਿੱਤੇ ਸਨ। ਰੋਪਰ ਲੱਗ ਬਚਾਈ ਸਭ ਲਿਆਈ। ਆਪਣੇ ਸਾਰੇ ਪਰਿਵਾਰ ਨੂੰ ਬਚਾ ਕੇ ਗੁਰੂ ਜੀ ਜਦੋਂ ਨਾ ਆਨੰਦਪੁਰ ਤੋਂ ਫਿਰ ਰੋਪੜ ਤੱਕ ਪਹੁੰਚ ਗਏ ਸਨ। ਆਗੀ ਕਿਤਕ ਕੋਸ ਉਲੰਘਾਈ। ਫਿਰ ਵੀ ਹੌਲੀ ਹੌਲੀ ਕਈ ਕੋਹਾਂ ਦਾ ਜਦੋਂ ਪੈਂਡਾ ਗੁਰੂ ਜੀ ਨੇ ਤੈਅ ਕੀਤਾ ਸੀ। ਤਹਿ 10 ਲੱਖ ਸੋ ਪੱਟ ਪਿਖ ਲਿਓ। ਆਨੰਦਪੁਰ ਤਿਆਗਣ ਤੋਂ ਬਾਅਦ ਬਾਦਸ਼ਾਹ ਔਰੰਗਜ਼ੇਬ ਨੇ ਹੋਰ ਆਪਣੇ ਵੱਲੋਂ 10 ਲੱਖ ਦੀ ਗਿਣਤੀ 'ਚ ਜਦੋਂ ਸ਼ਾਹੀ ਫੌਜਾਂ ਭੇਜੀਆਂ ਸੀ। ਆਗੇ ਪਾਛੇ ਥਲ ਰੁਕ ਗਇਓ। ਭਾਵੇਂ ਸੈਨਾ ਨੇ ਅੱਗੇ ਪਿੱਛੇ ਹੋ ਕਰਕੇ ਬੜਾ ਆਪਣੇ ਵੱਲੋਂ ਉਦਮ ਪ੍ਰਚਾਰਤ ਧਾਰਨ ਕੀਤਾ। ਨਿਕਟ ਬਿਲੋਕ ਦੁਰਗ ਚਮਕੌਰ। ਪਰ ਜਦੋਂ ਗੁਰੂ ਜੀ ਨੇ ਜਾਂਦਿਆਂ ਜਾਂਦੇ ਇੱਕ ਕੱਚੀ ਚਮਕੌਰ ਦੀ ਗੜੀ ਜਦੋਂ ਰਾਹ ਦੇ ਵਿੱਚ ਦੇਖੀ ਸੀ, ਭਇਓ ਮਵਾਸੀ ਦ੍ਰਿੜ ਤਿਸ ਠੌਰ। ਲੈ ਕਰਕੇ ਆਪਣੇ ਸਿੰਘਾਂ ਨੂੰ ਗੁਰੂ ਜੀ ਫਿਰ ਕੱਚੀ ਚਮਕੌਰ ਦੀ ਗੜੀ 'ਚ ਆਕੀ ਹੋ ਕਰਕੇ ਬੈਠ ਗਏ ਸਨ। ਸੋ ਗੁਰ ਅਬਹਿ ਮਾਰ ਕਰ ਲੀਨ। ਬਸ ਜੀਤਾ ਖੁਸ਼ ਹੋ ਕਰਕੇ ਸਾਰੀ ਵਾਰਤਾ ਚੌਧਰੀ ਕਪੂਰੇ ਨੂੰ ਦੱਸਦਾ ਵੀ ਇਹੋ ਜਿਹੇ ਅਜ਼ਤ ਗੁਰੂ ਜੀ ਜੋਧੇ ਸੂਰਮੇ ਉਹਨਾਂ ਨੂੰ ਮੈਂ ਫਿਰ ਇੱਥੇ ਖਿਦਰਾਣੇ ਦੀ ਢਾਬ ਤੇ ਸ਼ਹੀਦ ਕਰ ਦਿੱਤਾ ਹੈ। ਫਤਿਹ ਖੁਦਾਈ ਹਮੋ ਕੋ ਦੀਨ। ਇਹ ਤਾਂ ਅੱਲਾਹ ਤਾਲਾ ਖੁਦਾ ਨੇ ਕਿਤਨੀ ਵੱਡੀ ਫਤਿਹ ਮੈਨੂੰ ਬਖਸ਼ੀ ਹੈ। ਪੁਨ ਚਮਕੌਰ ਘਨੋ ਰਣ ਕਾਲਾ। ਫਿਰ ਚਮਕੌਰ ਦੀ ਗੜੀ ਦੇ ਵਿੱਚ ਵੀ ਕਿਤਨਾ ਵੱਡਾ ਘਮਸਾਨ ਦਾ ਜੰਗ 40 ਉਹ ਵੀ ਜਿਹੜੇ ਭੁੱਖੇ ਤਿਹਾਏ ਦੁਰਬਲ ਕਮਜ਼ੋਰ ਸਿੰਘਾਂ ਨੇ ਕੀਤਾ ਸੀ। ਮਾਰੇ ਤੀਖਨ ਤੀਰ ਕਰਾਲਾ। ਉਸ ਵਕਤ ਵੀ ਗੁਰੂ ਜੀ ਨੇ ਜੜੋਂ ਇਹੋ ਜਿਹੇ ਤਿੱਖੇ ਭਿਆਨਕ ਤੀਰ ਇਹ ਫੌਜਾਂ ਦੇ ਵੱਲ ਛੱਡੇ ਸੀ। ਸੁਨੋ ਚੌਧਰੀ ਲੋਥਨ ਢੀਰ। ਇਹ ਚੌਧਰੀ ਸਾਹਿਬ ਵੀ ਉੱਥੇ ਚਮਕੌਰ ਦੀ ਗੜੀ ਦੇ ਬਾਹਰਲੇ ਪਾਸੇ ਵੀ ਗੁਰੂ ਜੀ ਨੇ ਮਾਰ ਕਰਕੇ ਨਾ ਤੀਰ ਚਾਰੇ ਪਾਸੇ ਵੱਡੇ ਵੱਡੇ ਲੋਥਾਂ ਦੇ ਜਿਹੜੇ ਟਹਿਰ ਲਗਾ ਦਿੱਤੇ ਸੀ। ਮਾਰ ਕਰੇ ਗੱਡ ਕੇ ਚਹੁੰ ਪੀਰ। ਜਿਹੜਾ ਵੀ ਚਮਕੌਰ ਦੀ ਗੜੀ ਦੇ ਨੇੜੇ ਆਇਆ ਬਸ ਨਾਲ ਦੀ ਨਾਲ ਉਹਨੂੰ ਧੁਰਦਾ ਜਿਹੜਾ ਟਿਕਟ ਮਿਲ ਜਾਂਦਾ ਸੀ। ਸ਼ੁਦਾ ਬੰਤ 40 ਨਰ ਸੰਗ। ਗੁਰੂ ਜੀ ਦੇ ਨਾਲ 40 ਕੁ ਜਿਹੜੇ ਯੋਧੇ ਸੂਰਮੇ ਉਹ ਵੀ ਬੜੇ ਕਈ ਦਿਨਾਂ ਦੇ ਭੁੱਖੇ ਸਨ। ਕਈ ਲੱਖ ਸੌ ਕੀਨਸ ਜੰਗ। ਉੱਥੇ ਵੀ ਗੁਰੂ ਜੀ ਨੇ 40 ਆਪਣੇ ਯੋਧੇ ਸੂਰਮਿਆਂ ਨੂੰ ਲੈ ਕੇ ਫੌਜਾਂ ਸੀ ਉੱਥੇ ਫਿਰ ਲੱਖਾਂ ਦੀ ਗਿਣਤੀ ਦੇ ਵਿੱਚ ਕਿਤਨਾ ਵੱਡਾ ਭਾਰੀ ਮੁਕਾਬਲਾ ਕੀਤਾ ਸੀ। ਲਸ਼ਕਰ ਕੇ ਨਰ ਮੁੱਠੀ ਖਾਕ। ਕਹਿ ਲੱਗਿਆ ਵੀ ਜੈ ਇਤਨੀਆਂ ਫੌਜਾਂ ਚਾਹੁੰਦੀਆਂ ਇੱਕ ਮੁੱਠੀ ਭਰ ਕੇ ਕਿਤੇ ਮਿੱਟੀ ਦੀ ਪਾ ਦਿੰਦੇ ਇਕੱਠੇ ਹੋ ਕਰ ਕੇ। ਪਰ ਇੱਕ ਮਾਰ ਹੈ ਗੱਡ ਕੋ ਤਾਕ। ਇੱਕ ਛੋਟੀ ਜੀ ਜਿਹੜੀ ਆ ਚਮਕੌਰ ਦੀ ਗੜੀ ਜੇ ਸਾਰੇ ਇਕੱਤਰ ਹੋ ਕੇ ਮੁੱਠੀ ਪਰ ਮਿੱਟੀ ਦੀ ਸਿੱਟਦੇ ਤਾਂ ਵੀ ਫਿਰ ਗੁਰੂ ਜੀ ਨੂੰ ਉਸ ਦੇ ਵਿੱਚ ਹੀ
ਦਬਾ ਸਕਦੇ ਸਨ। ਤਉ ਪੂਰਨ ਕਰ ਦੀਤ ਦਬਾਈ। ਇਤਨੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਸੈਨਾ ਛੋਟੀ ਜਿਹੀ ਗੜੀ ਦੇ ਚਾਰੇ ਪਾਸੇ ਘੁੰਮ ਰਹੀ ਸੀ, ਕਿਸ ਮਹਿ ਸ਼ਕਤ ਜੀ ਰਹਿ ਅਟਕਾਈ। ਪਰ ਕੋਈ ਵੀ ਕਿਸੇ ਦੇ ਅੰਦਰ ਇਹੋ ਜਿਹਾ ਜ਼ੋਰ ਬਲ ਨਹੀਂ ਪੈਦਾ ਹੋਇਆ ਵੀ ਜਿਹੜਾ ਗੁਰੂ ਜੀ ਨੂੰ ਰੋਕ ਸਕਦਾ ਸੀ। ਨਿਕਟ ਨ ਕੋਈ ਪਹੁੰਚਨ ਦੀਨ। ਉਸ ਸਮੇਂ ਵਜ਼ੀਰ ਖਾਨ ਨੇ ਸਾਰੀ ਵਾਰਦਾਤ ਦੱਸੀ ਵੀ ਇਤਨੀ ਭਾਰੀ ਸੈਨਾ ਹੋਣ ਦੇ ਬਾਵਜੂਦ ਵੀ ਕਿਸੇ ਯੋਧੇ ਸੂਰਮੇ ਨੂੰ ਗੁਰੂ ਜੀ ਨੇ ਨਾ ਉਸ ਕੱਚੀ ਜਿਹੜੀ ਚਮਕੌਰ ਦੀ ਗੜੀ ਉਹਦੇ ਨੇੜੇ ਵੀ ਟੋਕਣ ਨਹੀਂ ਦਿੱਤਾ ਸੀ। ਅਤਿਸ਼ਾ ਡਰ ਸਭ ਕੇ ਮਨ ਕੀਨ। ਸਾਰਿਆਂ ਦੇ ਮਨ ਦੇ ਵਿੱਚ ਬੜਾ ਡਰ ਪੈਦਾ ਹੋ ਗਿਆ ਸੀ। ਖਵਾਜਾ ਮਰਦ ਜੀ ਡਰ ਡਰ ਦਬਕੀ। ਜਿਹੜੇ ਖਵਾਜਾ ਮਰਦੋਦ ਵਰਗੇ ਆਪਣੇ ਆਪ ਨੂੰ ਖੱਬੀ ਖਾਨ ਬਹਾਦਰ ਯੋਧੇ ਕਹਾਉਣ ਵਾਲੇ, ਉਹ ਵੀ ਫਿਰ ਮੌਤ ਦਾ ਡਰਦੇ ਆਇਆ ਚਮਕੌਰ ਦੀ ਗੜੀ ਦੀਆਂ ਜਿਹੜੀਆਂ ਕੰਧਾਂ ਉਹਨਾਂ ਦੇ ਵੀ ਨੇੜੇ ਨਹੀਂ ਆਏ ਸਨ। ਰਹੇ ਦੂਰ ਔਰ ਤਰਾਸਤ ਸਭ ਕੀ। ਗੁਰੂ ਜੀ ਤੋਂ ਡਰਦੇ ਹੋਏ ਸਾਰੇ ਹੀ ਚਮਕੌਰ ਦੀ ਗੜੀ ਤੋਂ ਬੜੀ ਦੂਰ ਖੜੇ ਸਨ। ਅਤਿਸ਼ਾ ਸੰਗਨ ਘੇਰਾ ਪਾਇਓ। ਫੌਜਾਂ ਨੇ ਚਾਰੇ ਪਾਸਿਆਂ ਤੋਂ ਬੜਾ ਸਖਤ ਘੇਰਾ ਵੀ ਛੋਟੀ ਜੀ ਜਿਹੜੀ ਕੱਚੀ ਚਮਕੌਰ ਦੀ ਗੜੀ ਉਹਨੂੰ ਪਾਇਆ ਹੋਇਆ ਸੀ। ਨਿਕਸ ਗਇਓ ਨਹਿ ਕਿਨ ਦਰਸ਼ਾਇਓ। ਕਹਿ ਲੱਗਿਆ ਵੀ ਰਾਤੋਂ ਰਾਤ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਗੁਰੂ ਜੀ ਚਮਕੌਰ ਦੀ ਗੜੀ ਚੋਂ ਮਾਰ ਕਰਕੇ ਤਾੜੀ ਬਾਹਰ ਨਿਕਲ ਗਏ ਸਨ। ਉੱਚ ਕੋ ਪੀਰ ਬੀਖ ਤਨ ਧਾਰਾ। ਫਿਰ ਗੁਰੂ ਜੀ ਨੇ ਆਪਣਾ ਜਿਹੜਾ ਪੈਕ ਉੱਚ ਦੇ ਪੀਰਾਂ ਵਾਲਾ ਧਾਰਨ ਕਰ ਲਿਆ ਸੀ। ਸਨੀ ਸਨੇ ਮਗ ਬੀਚ ਪਧਾਰਾ। ਉੱਚ ਦਾ ਪੀਰ ਬਣ ਕਰਕੇ ਗੁਰੂ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਨੂੰ ਚੀਰਦੇ ਹੋਏ ਦੇਖੋ ਸਹੀ ਸਲਾਮਤ ਫਿਰ ਆ ਜੰਗਲ ਦੇ ਇਲਾਕੇ ਦੇ ਵੱਲ ਆ ਗਏ ਹਨ। ਹਨਕ ਜਤਨ ਤੇ ਪਾਏ ਨਾ ਜੋ। ਵੀ ਜਿਹੜੇ ਗੁਰੂ ਜੀ ਅਨੇਕ ਯਤਨਾਂ ਦੁਆਰਾ ਨਾ ਤਾਂ ਹਿੰਦੁਸਤਾਨ ਦਾ ਮਾਲਕ ਬਾਦਸ਼ਾਹ ਔਰੰਗਜ਼ੇਬ ਵੀ ਗ੍ਰਿਫਤਾਰ ਨਹੀਂ ਕਰ ਸਕਿਆ, ਰਨ ਕਰ ਮਾਰ ਲੀਨ ਹਮ ਸੋ। ਪਰ ਉਹਨਾਂ ਨੂੰ ਮੈਂ ਸੁਤੇ ਸਿੱਧ ਆ ਜੰਗਲ ਦੇ ਇਲਾਕੇ ਦੇ ਵਿੱਚ ਆ ਕਰਕੇ ਸ਼ਹੀਦ ਕਰ ਦਿੱਤਾ। ਜਿਸ ਕੋ ਹਜਰਤ ਨਿਸ ਦਿਨ ਕਾਂਖਿਓ। ਹੁਣ ਜਿਨ੍ਹਾਂ ਨੂੰ ਸ਼ਹੀਦ ਕਰਨ ਦੇ ਲਈ ਬਾਦਸ਼ਾਹ ਔਰੰਗਜ਼ੇਬ ਦਿਨ ਰਾਤ ਚਾਹੁੰਦਾ ਸੀ ਵੀ ਕਿਵੇਂ ਨਾ ਕਿਵੇਂ ਗੁਰੂ ਜੀ ਨੂੰ ਜਾਂ ਗ੍ਰਿਫਤਾਰ ਕੀਤਾ ਜਾਏ ਜਾਂ ਫਿਰ ਸ਼ਹੀਦ ਕਰਨਾ ਚਾਹੁੰਦਾ ਸੀ ਮੈਦਾਨੇ ਜੰਗ ਦੇ ਵਿੱਚ। ਗਹਿ ਲੀਜੈ ਕੈ ਮਾਰਨ ਭਾਖਿਓ। ਉਸ ਸਮੇਂ ਆਪਣੇ ਵੱਲੋਂ ਇਹੀ ਹਦਾਇਤਾਂ ਪਹਾੜੀ ਰਾਜਿਆਂ ਨੂੰ ਕੀਤੀਆਂ ਹੋਈਆਂ ਸਨ ਵੀ ਜੇ ਤੁਹਾਡੇ ਹੱਥ ਦੇ ਵਿੱਚ ਆਉਂਦੇ ਨੇ ਤਾਂ ਗੁਰੂ ਜੀ ਨੂੰ ਪਕੜ ਲਓ, ਜੇ ਨਹੀਂ ਪਕੜੇ ਜਾਂਦੇ ਤਾਂ ਫਿਰ ਤੁਸੀਂ ਮੈਦਾਨੇ ਜੰਗ ਦੇ ਵਿੱਚ ਜਦ ਕਰਦਿਆਂ ਸ਼ਹੀਦ ਕਰ ਸਕਦੇ ਹੋ। ਚਿੰਤਾ ਬਸ ਹੋਏ ਲਿਖ ਬਹੁ ਬਾਰੀ। ਬਾਦਸ਼ਾਹ ਔਰੰਗਜ਼ੇਬ ਨੇ ਚਿੰਤਾ ਦੇ ਬਸ ਹੋ ਕਰਕੇ ਨੇ ਕਈ ਦਫਾ ਆਪਣੇ ਵੱਲੋਂ ਜਿਹੜੀਆਂ ਪੱਤਰਕਾਂ ਪਹਾੜੀ ਰਾਜਿਆਂ ਦੇ ਵੱਲ ਲੈ ਕਰਕੇ ਭੇਜੀਆਂ ਸਨ। ਫਤਿਹ ਖੁਦਾਏ ਦੀਨ ਲਿਏ ਮਾਰੀ। ਪਰ ਇਤਨੀ ਜਿਹੜੀ ਬਹੁਤ ਵੱਡੀ ਫਤਿਹ ਇਹ ਖੁਦਾ ਨੇ ਮੈਨੂੰ ਬਖਸ਼ੀ ਹੈ। ਇਤਿਆਦਿਕ ਹਰਕਤ ਬਹੁ ਬਾਤ। ਵਜ਼ੀਰ ਖਾਂ ਮਨ ਦੇ ਵਿੱਚ ਖੁਸ਼ ਹੋ ਕੇ ਬੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਚੌਧਰੀ ਕਪੂਰੇ ਦੇ ਨਾਲ ਕਰਨ ਲੱਗ ਪਿਆ ਸੀ। ਕਰਤ ਕਪੂਰੇ ਸੋ ਮਗ ਜਾਤ। ਨਾਲੇ ਤਾਂ ਪਿੱਛੇ ਮੁੜੇ ਜਾ ਰਹੇ ਹਨ। ਜਲ ਸਤਾਨ ਪਿਖ ਘਾਲਿਓ ਡੇਰਾ। ਜਿੱਥੇ ਹੁਣ 10 ਕਕੂਆਂ ਤੇ ਪਾਣੀ ਆ ਗਿਆ ਉੱਥੇ ਇਹਨੇ ਆਪਣੇ ਫੌਜਾਂ ਦੇ ਡੇਰੇ ਲਗਾ ਦਿੱਤੇ ਸਨ। ਬਿਨ ਜਾਣੇ ਜੜ ਮੁਦਤ ਬਡੇਰਾ। ਇਹ ਜਿਹੜਾ ਮੋਰਖ ਗਵਾਰ ਮੋਟੀ ਮੱਤ ਵਾਲਾ ਬਿਨਾਂ ਜਾਣੇ ਤੋਂ ਹੀ
ਐਵੇਂ ਮਨ ਦੇ ਵਿੱਚ ਬੜਾ ਖੁਸ਼ ਹੋ ਗਿਆ ਵੀ ਸ਼ਾਇਦ ਮੈਂ ਗੁਰੂ ਜੀ ਨੂੰ ਆਹ ਖਿਦਰਾਣੇ ਦੀ ਢਾਬ 'ਤੇ ਸ਼ਹੀਦ ਕਰ ਦਿੱਤਾ ਹੈ। ਦੋਹਰਾ ਤੁਰਕ ਸ਼ੀਗਰਤਾ ਕਰ ਮੁਰੇ ਮੁਖ ਕਰ ਪੂਰਬ ਔਰ। ਹੁਣ ਇਹ ਜਿਹੜੇ ਤੁਰਕ ਮੁਗਲ ਪਠਾਨ ਸਾਰੇ ਹੀ ਪੂਰਬ ਦੇ ਵੱਲ ਮੂੰਹ ਕਰਕੇ ਪਿੱਛੇ ਮੁੜ ਆਏ ਸਨ। ਟਿੱਬੀ ਤੇ ਸਤਗੁਰ ਤੁਰਤ ਪਹੁੰਚਤ ਭੀਰਨ ਠੌਰ। ਉਹ ਤਰ੍ਹਾਂ ਸਤਿਗੁਰੂ ਜੀ ਟਿੱਬੀ ਸਾਹਿਬ ਤੋਂ ਚੱਲ ਕੇ ਫਿਰ ਖਿਦਰਾਣੇ ਦੀ ਢਾਬ 'ਤੇ ਪਹੁੰਚ ਗਏ ਸਨ। ਜਦੋਂ ਪਤਾ ਲੱਗ ਗਿਆ ਵੀ ਵਜੀਦਾ ਤਾਂ ਹੁਣ ਆਪਣੀ ਫੌਜ ਨੂੰ ਲੈ ਕਰਕੇ ਪਿੱਛੇ ਮੁੜ ਚੁੱਕਿਆ ਹੈ। ਚੌਪਈ ਕਰਤ ਸ਼ੀਗਰਤਾ ਸਰ ਪਰ ਆਈ। ਸਤਿਗੁਰੂ ਜੀ ਬੜੀ ਤੇਜ਼ੀ ਦੇ ਨਾਲ ਘੋੜੇ 'ਤੇ ਹੋ ਕਰਕੇ ਸਵਾਰ ਇਸ ਖਿਦਰਾਣੇ ਦੀ ਢਾਬ 'ਤੇ ਆ ਗਏ ਸਨ। ਉਤਰੇ ਤਾਜ ਤੁਰੰਗ ਸਹਸਾਈ। ਉਸੇ ਵਕਤ ਸਤਿਗੁਰੂ ਜੀ ਆਪਣੇ ਬਹੁਤ ਵੱਡੇ ਬਲਵਾਨ ਘੋੜੇ ਤੋਂ ਥੱਲੇ ਉਤਰ ਆਏ ਸਨ। ਜੀ ਜੇ ਮਰੇ ਦੇਖ ਤਿੰਨ ਮੁਖ ਕੋ। ਜਿਹੜੇ ਜਥੇਦਾਰ ਭਾਈ ਮਾ ਸਿੰਘ ਦੇ ਨਾਲ ਦੇ ਯੋਧੇ ਸੂਰਮੇ ਜੋ ਵੀ ਇਸ ਥਾਂ 'ਤੇ ਕੁਰਬਾਨ ਹੋ ਗਏ ਸੀ। ਬਖਸ਼ਣ ਲੱਗੇ ਲੋਕ ਜੁਗ ਸੁਖ ਕੋ। ਹੁਣ ਸਤਿਗੁਰੂ ਜੀ ਉਹਨਾਂ ਯੋਧਾ ਸੂਰਮਿਆਂ ਨੂੰ ਆਪਣੇ ਵੱਲੋਂ ਨਾ ਇਹ ਦੋਵੇਂ ਲੋਕਾਂ ਦੇ ਜਿਹੜੇ ਸੁੱਖ ਬਖਸ਼ਣ ਲੱਗ ਪਏ ਨੇ। 20 ਹਜ਼ਾਰੀ 30 ਹਜ਼ਾਰੀ। ਦਸ਼ਮੇਸ਼ ਪਿਤਾ ਨੇ ਇਹਨਾਂ ਦੀ ਸ਼ਹਾਦਤ ਨੂੰ ਦੇਦਿਆਂ ਹੋਇਆਂ ਕਿਸੇ ਨੂੰ 20 ਹਜ਼ਾਰੀ ਕਿਸੇ ਨੂੰ 30 ਹਜ਼ਾਰੀ ਦੇ ਵਰਦਾਨ ਬਖਸ਼ੇ ਵੀ ਸਮਾਂ ਪਾ ਕੇ ਇਹਨੇ 20,000 ਫੌਜਾਂ ਦਾ ਮਾਲਕ ਬਣਨਾ ਤੇ ਇਹਨੂੰ 30 ਹਜ਼ਾਰੀ ਦੀ ਸਰਦਾਰੀ ਪ੍ਰਾਪਤ ਹੋ ਜਾਏਗੀ। ਮੈਦਾਨੇ ਜੰਗ ਦੇ ਵਿੱਚ ਆ ਕਰਕੇ ਮਹਾਰਾਜ ਨੇ ਇਹਨਾਂ ਗੁਰ ਸਿੱਖਾਂ ਨੂੰ ਬੜੇ ਵਰਦਾਨ ਬਖਸ਼ਣੇ ਸ਼ੁਰੂ ਕਰ ਦਿੱਤੇ ਸੀ। ਇਸ ਕੀ ਹੋਏ ਲਾਖਨ ਸਰਦਾਰੀ। ਐ ਮੇਰੇ ਪਿਆਰੇ ਸਿੰਘ ਦੀ ਲੋਕਾਂ ਦੀ ਜਿਹੜੀ ਸਰਦਾਰੀ ਹੋਣੀ ਹੈ। ਇਤਨੇ ਕਦਮ ਅਗਰ ਚੱਲ ਇਹ। ਜੋ ਵੀ ਗੁਰ ਸਿੱਖ ਜਿਤਨੇ ਕਦਮ ਮੈਦਾਨੇ ਜੰਗ ਦੇ ਵਿੱਚ ਅੱਗੇ ਵਧ ਕਰਕੇ ਜੋ ਵੀ ਕਿਸੇ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਤਿਤੀ ਅਦਕਤਾ ਸੁਖ ਕੀ ਲੀਹੀ। ਉਹ ਤਾਂ ਨੇ ਵੱਧ ਤੋਂ ਵੱਧ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਦੋਵੇਂ ਲੋਕਾਂ ਦੇ ਸੁੱਖ ਬਖਸ਼ੇ। ਜਿਹੜਾ 20 ਕਦਮ ਅੱਗੇ ਵੱਧ ਕੇ ਸ਼ਹੀਦ ਹੋਇਆ ਉਹਨੂੰ 20,000 ਦਾ ਮਾਲਕ ਬਣਾਇਆ। ਤੇ ਜਿਹਨੇ ਜੰਗ ਕਰਦਿਆਂ 30 ਜਿਹੜੇ ਕਦਮ ਅੱਗੇ ਨੂੰ ਪੁੱਟੇ ਸਨ ਤੇ ਉਹਨਾਂ ਨੂੰ 30 ਹਜ਼ਾਰੀ ਦੇ ਵਰਦਾਨ ਪ੍ਰਾਪਤ ਹੋ ਗਏ ਹਨ। ਹੋਏ ਪ੍ਰਿਥੀਪਤ ਭੋਗਹਿ ਰਾਜੂ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹਨੇ ਤਾਂ ਬਹੁਤ ਵੱਡਾ ਚੱਕਰਵਰਤੀ ਧਰਤੀ ਦਾ ਰਾਜਾ ਬਣਨਾ ਹੈ। ਬਿਲਸਹਿ ਐਸ਼ਵਰਜ ਪੁੰਜ ਸਮਾਜੂ। ਬੜਾ ਜਿਹੜਾ ਇਹਦਾ ਸਾਜੋ ਸਮਾਜ ਧਰਤੀ ਦੇ ਉੱਪਰ ਵੱਧ ਜਾਏਗਾ। ਜਸ ਜਸ ਕਰ ਪੁਰਸ਼ਾਰਥ ਮਰੀ। ਜਸ ਜਸ ਕਰ ਪੁਰਸ਼ਾਰਥ ਮਰੇ। ਵੀ ਜੋ ਵੀ ਕਿਸੇ ਨੇ ਆਪਣੇ ਹਿਰਦੇ ਦੇ ਅੰਦਰ ਉਦਮ ਪੁਰਸ਼ਾਰਥ ਇਹਨਾਂ ਜ਼ਾਲਮਾਂ ਪਾਪੀਆਂ ਦੁਸ਼ਟਾਂ ਨੂੰ ਨਾਸ਼ ਕਰਨ ਦੇ ਲਈ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ ਸੀ। ਤਸ ਤਸ ਬੜ ਪ੍ਰਤਾਪ ਕੋ ਤਰੀ। ਤਸ ਤਸ ਬੜ ਪ੍ਰਤਾਪ ਕੋ ਤਰੇ। ਵੀ ਉਤਨਾ ਹੀ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਮਾਤਲੋ ਦੀ ਧਰਤੀ 'ਤੇ ਬੜਾ ਹੀ ਤੇਜ ਪ੍ਰਤਾਪ ਵਧਣਾ ਹੈ। ਪੁਨ ਪਰ ਲੋਕ ਸੁਖ ਬਿਲਸਹਿ ਜਾਈ। ਫਿਰ ਸਰੀਰ ਤਿਆਗਣ ਤੋਂ ਬਾਅਦ ਇਹਨਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਣੀ ਹੈ। ਮਮ ਹਿਤ ਪ੍ਰਾਨ ਦੀਏ ਇਨ ਆਈ। ਇਹਨਾਂ ਨੇ ਮੇਰੇ ਵਾਸਤੇ ਆ ਕਰਕੇ ਦੇਖੋ ਆ ਖਿਦਰਾਣੇ ਦੀ ਢਾਬ 'ਤੇ ਆਪਣੇ ਜਿਹੜੇ ਪ੍ਰਾਣ ਹੀ ਕੁਰਬਾਨ ਕਰ ਦਿੱਤੇ ਹਨ। ਕਰਹਿ ਪ੍ਰੇਮ ਬੈਠੈ ਤਿਨ ਤੀਰ। ਕਰੈ ਪ੍ਰੇਮ ਬੈਠੇ ਤਿਨ ਤੀਰ। ਦਸ਼ਮੇਸ਼ ਪਿਤਾ
ਉਹਨਾਂ ਯੋਧੇ ਸੂਰਮਿਆਂ ਦੇ ਪਾਸ ਬਹਿ ਕੇ ਜਿਹੜੇ ਸ਼ਹੀਦ ਹੋ ਗਏ ਨੇ ਆਪਣੇ ਵੱਲੋਂ ਬੜਾ ਪ੍ਰੇਮ ਕਰਨ ਲੱਗ ਪਏ ਸਨ। ਕਹੇ ਪ੍ਰਸ਼ੰਸਾ ਇਹ ਮਮ ਵੀਰ, ਕਰੇ ਪ੍ਰਸ਼ੰਸਾ ਇਹ ਮਾਮ ਵੀਰ। ਰਸਨਾ ਤੋਂ ਮਹਾਰਾਜ ਨੇ ਉਹਨਾਂ ਯੋਧੇ ਸੂਰਮਿਆਂ ਦੀ ਬੜੀ ਤਾਰੀਫ ਵਡਿਆਈ ਕੀਤੀ ਵੀ ਇਹ ਤਾਂ ਮੇਰਾ ਲਾਡਲਾ ਬਹੁਤ ਵੱਡਾ ਮਹਾਨ ਯੋਧਾ ਸੂਰਮਾ ਹੈ। ਗਹਿ ਕਰ ਮਹਿ ਜਾਮੇ ਕੋ ਪਾਲਾ, ਸਤਿਗੁਰੂ ਜੀ ਆਪਣੇ ਜਾਮੇ ਦੇ ਪੱਲੇ ਦੇ ਨਾਲ ਜੋ ਵੀ ਇਹਨਾਂ ਸ਼ਹੀਦਾਂ ਦੇ ਚਿਹਰਿਆਂ ਦੇ ਉੱਪਰ ਮਿੱਟੀ ਘੱਟਾ ਪੈ ਚੁੱਕਿਆ ਸੀ, ਆਪਣੇ ਚੋਲੇ ਦੇ ਪੱਲੇ ਦੇ ਨਾਲ ਉਹਨਾਂ ਦਾ ਜਿਹੜਾ ਮਿੱਟੀ ਘੱਟਾ ਵੀ ਚਿਹਰਿਆਂ ਦੇ ਉੱਪਰ ਉਹ ਮਹਾਰਾਜ ਸਾਫ ਕਰਨ ਲੱਗ ਪਏ ਸੀ। ਪਹੁੰਚੈ ਮੁਖ ਧਰ ਪ੍ਰੀਤ ਵਿਸਾਲਾ, ਸਤਿਗੁਰੂ ਜੀ ਦੇ ਹਿਰਦੇ ਅੰਦਰ ਖੁਸ਼ੀ ਇਤਨੀ ਪੈਦਾ ਹੋ ਗਈ ਇਹਨਾਂ ਦੀ ਸ਼ਹਾਦਤ ਨੂੰ ਦੇਖਦਿਆਂ ਹੋਇਆਂ ਆਪਣੇ ਚੋਲੇ ਦਾ ਜਿਹੜਾ ਪੱਲਾ ਸੀ ਉਹਨੂੰ ਹੱਥ ਦੇ ਵਿੱਚ ਲੈ ਕਰਕੇ ਚਿਹਰਿਆਂ ਤੋਂ ਮਿੱਟੀ ਘੱਟਾ ਆਪ ਸਾਫ ਕਰਨ ਲੱਗ ਪਏ ਹਨ। ਜਥਾ ਪੁੱਤਰ ਕੋ ਪਿਤਾ ਨਿਹਾਰ ਹੈ, ਜਿਵੇਂ ਕਹਿੰਦਾ ਪਿਓ ਆਪਣੇ ਆਗਿਆਕਾਰੀ ਪੁੱਤ ਨੂੰ ਦੇ ਕਰਕੇ ਜਿਵੇਂ ਫੁੱਲਿਆ ਨਹੀਂ ਸਮਾਉਂਦਾ, ਮਨ ਦੇ ਵਿੱਚ ਬੜਾ ਖੁਸ਼ ਹੋ ਜਾਏਗਾ। ਪਹੁੰਚਤੀ ਅੰਗਨ ਗੁਣ ਉਚਾਰ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਨਾਲੇ ਤਾਂ ਆਪਣੇ ਪਿਆਰੇ ਯੋਧੇ ਸੂਰਮਿਆਂ ਦੇ ਅੰਗ ਸਾਫ ਕੀਤਾ ਹੈ ਤੇ ਨਾਲੇ ਉਹਨਾਂ ਦੀ ਜਿਹੜੀ ਵਡਿਆਈ ਹੈ ਤਾਰੀਫ ਹੈ ਰਸਨਾ ਤੋਂ ਉਚਾਰਨ ਕਰ ਰਹੇ ਹਨ। ਅਛਰ ਪਾਤ ਲੋਚਨ ਤੇ ਡਰ ਹੈ, ਉਸ ਸਮੇਂ ਸਤਿਗੁਰੂ ਜੀ ਦੇ ਨੇਤਰਾਂ ਦੇ ਵਿੱਚ ਵੀ ਬੜਾ ਇੱਕ ਬੈਰਾਗ ਦਾ ਜਲ ਭਰ ਗਿਆ ਸੀ। ਉਨ ਦੂਸਰ ਕੇ ਪਾਸ ਪਧਾਰ ਹੈ, ਪਹਿਲੇ ਨੂੰ ਛੱਡ ਕੇ ਜਦੋਂ ਦਸ਼ਮੇਸ਼ ਵੇਲੇ ਫਿਰ ਦੂਜੇ ਗੁਰ ਸਿੱਖ ਦੇ ਪਾਸ ਚਲੇ ਜਾਂਦੇ ਹਨ। ਬਰ ਕੋ ਦੀਤ ਗਰਦ ਕੋ ਚਾਰ ਹੈ, ਬਰ ਕੋ ਦੇਤ ਗਰਦ ਕੋ ਝਾਰੈ, ਉਹਨਾਂ ਦੀ ਜਿਹੜੀ ਗਰਦ ਚਿਹਰਿਆਂ ਤੋਂ ਝਾੜਦਿਆਂ ਨਾਲੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਬੜੇ ਵਰਦਾਨ ਆਪਣੇ ਵੱਲੋਂ ਬਖਸ਼ ਰਹੇ ਹਨ। ਹੁਣ ਜਿਸ ਪ੍ਰਕਾਰ ਜਥੇਦਾਰ ਭਾਈ ਮਹਾਂ ਸਿੰਘ ਨੇ ਵੀ ਅੰਦਰੋਂ ਅੰਦਰੀ ਜਿਵੇਂ ਬੇਨਤੀਆਂ ਕਰਨੀਆਂ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈਂ ਨੇ ਹਾਲ ਕਰ ਰਹੇ ਨੇ। ਬਰ ਕੋ ਦੀਤ ਗਰਦ ਕੋ ਚਾਰ ਹੈ, ਇਹ ਤੋਤ ਵਿਚਰਤ ਸਿੰਘ ਨਿਹਾਰ ਹੈ। ਬਰ ਕੋ ਦੀਤ ਗਰਦ ਕੋ ਚਾਰ ਹੈ, ਇਹ ਤੋਤ ਵਿਚਰਤ ਸਿੰਘ ਨਿਹਾਰ ਹੈ। ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ